ਪਿਆਰੇ ਦੋਸਤੋ, ਅੱਜ ਗਿਆਨੀ ਹੀਰਾ ਸਿੰਘ ਦਰਦ ਪੰਜਾਬ ਦੇ, ਹਿੰਦੁਸਤਾਨ ਦੇ ਤੇ ਦੁਨੀਆ ਦੇ ਇਤਿਹਾਸ ਵਿੱਚ ਸੰਨ 1920 ਦੀ ਜੋ ਮਹੱਤਤਾ ਹੈ, ਜੋ ਇਹਦਾ ਯੋਗਦਾਨ ਹੈ, ਉਹਦੇ ਵੱਲ ਸਾਡਾ ਧਿਆਨ ਦਿਵਾ ਰਹੇ ਨੇ। ਕਹਿੰਦੇ ਨੇ ਭਾਰਤ ਦੇ ਇਤਿਹਾਸ ਵਿੱਚ ਸੰਨ 1920 ਬੜੀ ਮਹਾਨਤਾ ਰੱਖਦਾ ਹੈ। ਇਹ ਇੱਕ ਮਹਾਨ ਇਤਿਹਾਸਕ ਵਰ੍ਹਾ ਹੈ। ਇਸ ਵਰ੍ਹੇ ਵਿੱਚ ਨਾ ਕੇਵਲ ਭਾਰਤ ਦੀ ਕੌਮੀ ਆਜ਼ਾਦੀ ਦੇ ਇਤਿਹਾਸ ਵਿੱਚ ਨਵਾਂ ਮੋੜ ਆਇਆ, ਬਲਕਿ ਭਾਰਤ ਦੇ ਕਈ ਪ੍ਰਾਂਤਾਂ ਤੇ ਵਿਅਕਤੀਆਂ ਦੇ ਜੀਵਨ ਵਿੱਚ ਵੀ ਨਵੇਂ ਮੋੜ ਆਏ। ਮੇਰਾ ਆਪਣਾ ਜੀਵਨ ਇਸ ਵਰ੍ਹੇ ਤੋਂ ਨਵੀਆਂ ਲੀਹਾਂ ਤੇ ਪੈ ਗਿਆ ਸੀ। ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਭਾਵੇਂ ਘੱਟ ਹੈ, ਪਰ ਇਹਨਾਂ ਦੀ ਰਾਜਸੀ, ਆਰਥਿਕ ਤੇ ਫੌਜੀ ਤੌਰ ਤੇ ਬੜੀ ਮਾਨਤਾ ਹੈ। ਇਸ ਵਰ੍ਹੇ ਤੋਂ ਸਿੱਖ ਇਤਿਹਾਸ ਦਾ ਵੀ ਕਾਂਟਾ ਬਦਲ ਗਿਆ। ਇਸ ਦੀ ਗੱਡੀ ਦੇ ਇੰਜਣ ਤੇ ਲਾਈਨਾਂ ਬਦਲ ਗਈਆਂ। ਕੁਝ ਬੜੇ ਮਹੱਤਵਪੂਰਨ ਸੂਤਰ ਇੱਥੇ ਬੜੀ ਇੱਕ ਆਪਣੀ ਸਿਰਜਣਾਤਮਕ ਬੋਲੀ ਦੇ ਵਿੱਚ ਗਿਆਨੀ ਜੀ ਨੇ ਸਾਡੇ ਸਾਹਮਣੇ ਲਿਆ ਕੇ ਰੱਖੀਆਂ ਨੇ। ਪਹਿਲੀ ਗੱਲ ਤੇ ਇਹ ਕਿ ਜਿਹੜਾ ਸਿੱਖ ਇਤਿਹਾਸ ਦੀ ਉਹ ਗੱਲ ਕਰ ਰਹੇ ਨੇ ਕਿ ਲਗਾਤਾਰ ਕਦੇ ਰਕਾਬਗੰਜ ਦੀ ਕੰਧ ਢਹਿਣ ਦਾ ਮਾਮਲਾ, ਕਦੇ ਕਾਮਾਗਾਟਾ ਮਾਰੂ ਦੇ ਜਹਾਜ਼ੀਆਂ ਦੇ ਨਾਲ ਕੀਤਾ ਮੰਦਾ ਸਲੂਕ, ਕਿਤੇ ਬਜਬਜ ਘਾਟ ਦੇ ਸਾਕੇ ਦੇ ਨਾਲ ਜਿਸ ਕਿਸਮ ਦੀ ਇੱਕ ਬੇਚੈਨੀ ਤੇ ਰੋਹ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਭਰਿਆ ਗਿਆ, ਤੇ ਕਿਵੇਂ ਇਹਨਾਂ ਸਾਰਿਆਂ ਦੇ ਬਰਖਲਾਫ ਲੋਕਾਂ ਦੇ ਰੋਹ ਨੂੰ ਦਰਗੁਜ਼ਰ ਕਰਦਿਆਂ ਹੋਇਆਂ ਸਿੱਖਾਂ ਦੇ ਜਿਹੜੇ ਕੁਦਰਤੀ ਆਗੂ ਥਾਪੇ ਗਏ ਸਨ ਅੰਗਰੇਜ਼ਾਂ ਦੇ ਵੱਲੋਂ, ਮਹੰਤਾਂ ਦੇ ਨਾਲ ਮਿਲ ਕੇ, ਸਰਕਾਰੀ ਸਰਬਰਾਹਾਂ ਦੇ ਨਾਲ ਮਿਲ ਕੇ, ਤੇ ਇਹ ਜਿਹੜੀ ਇੱਕ ਸਿੱਖ ਜਗੀਰਦਾਰਾਂ ਦੀ, ਸਿੱਖ ਰਾਜਿਆਂ ਦੀ ਜਿਹੜੀ ਇੱਕ ਜਮਾਤ ਸੀ, ਇਹ ਲਗਾਤਾਰ ਸਿੱਖ ਸੰਗਤ ਤੇ ਜਨਤਾ ਦੇ ਸਰੋਕਾਰਾਂ ਤੋਂ ਲਾਂਭੇ ਹੋ ਕੇ ਸਰਕਾਰ ਅੰਗਰੇਜ਼ੀ ਦੀ ਪਿੱਠ ਦੇ ਉੱਤੇ ਪਹਿਲਾਂ ਵਾਂਗ ਹੀ ਖੜੀ ਸੀ। ਇਸ ਗੱਲ ਦੇ ਖਿਲਾਫ ਇੱਕ ਨਵੇਂ ਸਿੱਖ ਨੌਜਵਾਨਾਂ ਦੇ ਵਿੱਚ ਜਿਹੜੇ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੋ ਰਹੇ ਸਨ ਤੇ ਸਾਰੀਆਂ ਬਦਲਦੀਆਂ ਹਾਲਤਾਂ ਨੂੰ ਧਿਆਨ ਨਾਲ ਵੇਖ ਰਹੇ ਸਨ, ਉਹ ਇਹਨਾਂ ਦੇ ਖਿਲਾਫ ਹੌਲੀ ਹੌਲੀ ਚੇਤਨ ਹੋਣੇ ਸ਼ੁਰੂ ਹੋਏ, ਜਥੇਬੰਦ ਹੋਣੇ ਸ਼ੁਰੂ ਹੋਏ, ਸਰਗਰਮ ਹੋਣੇ ਸ਼ੁਰੂ ਹੋਏ। ਇਸ ਲਿਹਾਜ਼ ਤੋਂ ਇਹ ਕਹਿਣਾ ਕਿ ਇਸਾਂ ਦੀ ਗੱਡੀ ਦੇ ਇੰਜਣ ਤੇ ਲਾਈਨਾਂ ਨਵੀਆਂ ਲੀਹਾਂ ਕੱਢੀਆਂ ਗਈਆਂ ਤੇ ਪੁਰਾਣੀਆਂ ਬਦਲ ਗਈਆਂ। ਨਾਲ ਹੀ ਆਪਾਂ ਵੇਖੀਏ ਕਿ ਪੰਜਾਬ ਦੇ ਵਿੱਚ ਪਹਿਲੀ ਸੰਸਾਰ ਜੰਗ ਦੇ ਵਿੱਚ ਜਿਹੜੀਆਂ ਭਰਤੀਆਂ ਹੋਈਆਂ ਸੀ ਤੇ ਅੰਗਰੇਜ਼ਾਂ ਨੇ ਇਹ ਵਾਅਦਾ ਕੀਤਾ ਸੀ ਕਿ ਜੰਗ ਜਿੱਤਣ ਤੋਂ ਬਾਅਦ ਜਾਂ ਮੁੱਕਣ ਤੋਂ ਬਾਅਦ ਅਸੀਂ ਤੁਹਾਨੂੰ ਨਵੇਂ ਸਿਆਸੀ ਸੁਧਾਰ ਦਿਆਂਗੇ, ਜਿਹਦੇ ਵਿੱਚ ਭਾਰਤੀਆਂ ਦੀ ਨੁਮਾਇੰਦਗੀ ਵਧੇਗੀ ਤੇ ਹੋਰ ਕੁਝ ਖੁੱਲ੍ਹਾਂ ਦਿੱਤੀਆਂ ਜਾਣਗੀਆਂ। ਉਹ ਮੁੱਕਰ ਗਏ ਆਪਣਿਆਂ ਵਾਅਦਿਆਂ ਤੋਂ। ਜੰਗ ਜਿੱਤਣ ਤੋਂ ਬਾਅਦ ਸਗੋਂ ਕਾਲੇ ਕਾਨੂੰਨ ਲੈ ਆਂਦੇ, ਜਿਨ੍ਹਾਂ ਨੂੰ ਅਸੀਂ ਰੌਲਟ ਐਕਟ ਕਹਿੰਦੇ ਆ, ਜਿਨ੍ਹਾਂ ਦੇ ਖਿਲਾਫ ਬੜੀ ਵੱਡੀ ਸਾਰੇ ਦੇਸ਼ ਦੇ ਵਿੱਚ ਮੂਵਮੈਂਟ ਹੋਈ, ਜਿਹਦਾ ਕੇਂਦਰ ਤੇ ਸਿਖਰ ਪੰਜਾਬ 'ਚ ਸੀ। ਤੇ ਜਲਿਆਂਵਾਲੇ ਬਾਗ ਦੇ ਸਾਕੇ ਨੂੰ ਲਾਹੌਰ ਤੇ ਕਸੂਰ ਤੇ ਹੋਰਨਾਂ ਪੰਜਾਬ ਦਿਆਂ ਸ਼ਹਿਰਾਂ ਦੇ ਵਿੱਚ ਜਿਹੜਾ ਤਸ਼ੱਦਦ ਹੋਇਆ, ਆਪਾਂ ਉਹਨਾਂ ਤੋਂ ਵਾਕਿਫ ਹਾਂ। ਸੋ ਪੰਜਾਬ ਦੇ ਵਿੱਚ ਰੋਹ ਦੀ ਇੱਕ ਪਰਤ ਇਹ ਵੀ ਸੀ। ਤੀਜੀ ਗੱਲ ਇਹ ਵੀ ਸੀ ਕਿ ਗਦਰੀਆਂ ਦੇ ਦਬਾਉਣ ਤੋਂ ਬਾਅਦ, ਗਦਰੀਆਂ ਦੀ ਬਗਾਵਤ ਦੇ ਫੇਲ ਹੋਣ ਤੋਂ ਬਾਅਦ 1917 ਦੇ ਵਿੱਚ ਕੌਮਾਂਤਰੀ ਪੱਧਰ ਦੇ ਉੱਪਰ ਰੂਸੀ ਇਨਕਲਾਬ ਸਫਲ ਹੋ ਚੁੱਕਿਆ ਸੀ ਤੇ ਗਦਰੀ ਆਪਣੀ ਅਸਫਲਤਾ ਤੇ ਰੂਸੀਆਂ ਦੀ ਸਫਲਤਾ ਤੋਂ ਸਬਕ ਸਿੱਖਣ ਦੇ ਲਈ ਰੂਸ ਜਾ ਕੇ ਲੈਨਿਨ ਨੂੰ ਮਿਲਣ ਦੀਆਂ ਤਰਕੀਬਾਂ ਜਾਂ ਅਜਿਹੀਆਂ ਸਲਾਹਾਂ ਆਪਸ ਦੇ ਵਿੱਚ ਕਰ ਰਹੇ ਸਨ ਕਿ ਹੁਣ ਅੱਗੇ ਕਿਵੇਂ ਵਧਿਆ ਜਾਵੇ। ਇਹੋ ਹੀ ਵੇਲਾ ਹਿੰਦੁਸਤਾਨ ਦੇ ਵਿੱਚ ਮਹਾਤਮਾ ਗਾਂਧੀ ਦੇ ਸਿਆਸੀ ਤੌਰ ਦੇ ਉੱਪਰ ਸਰਗਰਮ ਤੇ ਸਭ ਤੋਂ ਵੱਡੇ ਨੇਤਾ ਦੇ ਤੌਰ ਤੇ ਉਭਰਨ ਦਾ ਵੀ ਹੈ। ਇਸ ਲਿਹਾਜ਼ ਦੇ ਨਾਲ ਉਹਨਾਂ ਨੇ ਲੋਕਾਂ ਦੀ ਹਿੱਸੇਦਾਰੀ ਨੂੰ, ਲੋਕਾਂ ਦੀ ਸਰਗਰਮੀ ਨੂੰ ਆਪਣੀ ਸਿਆਸਤ ਦਾ ਇੱਕ ਕੇਂਦਰੀ ਆਧਾਰ ਬਣਾਇਆ, ਕੇਂਦਰੀ ਸੂਤਰ ਬਣਾਇਆ, ਤੇ ਲੋਕਾਂ ਦੀ ਭਾਗੀਦਾਰੀ ਤੇ ਸਾਂਝ ਬਣੀ ਰਹੇ ਸਿਆਸੀ ਸਰਗਰਮੀਆਂ ਦੇ ਵਿੱਚ। ਇਹਦੇ ਲਈ ਉਹਨਾਂ ਨੇ ਖਿਲਾਫਤ ਲਹਿਰ ਦਾ ਵੀ ਸਮਰਥਨ ਕੀਤਾ, ਨਾਲ ਹੀ ਅਹਿੰਸਾ ਦੇ ਉੱਪਰ ਇੱਕ ਬਲ ਦਿੱਤਾ, ਸਿਧਾਂਤ ਦੇ ਤੌਰ ਤੇ ਵੀ, ਇਖਲਾਕ ਦੇ ਤੌਰ ਤੇ ਵੀ ਤੇ ਰਣਨੀਤੀ ਦੇ ਤੌਰ ਤੇ। ਇਹ ਸਾਰੀਆਂ ਪ੍ਰਕਿਰਿਆਵਾਂ ਜਿਹੜੀਆਂ ਚੱਲ ਰਹੀਆਂ ਸਨ ਪਿਛਲੇ 10 ਸਾਲਾਂ ਤੋਂ, ਜਾਂ ਉਹ ਹੋਰ ਜ਼ਿਆਦਾ ਪ੍ਰੌੜ ਹੋ ਰਹੀਆਂ ਸਨ, ਇਹ ਸੰਨ 1920 ਦੇ ਵਿੱਚ ਇੱਕ ਨਵਾਂ ਮੁਹਾਜ਼ ਬਣਾ ਲੈਂਦੀਆਂ ਨੇ, ਜਿੱਥੇ ਕਿ ਛੋਟੇ ਛੋਟੇ ਪ੍ਰਾਂਤਕ ਜਾਂ ਸਥਾਨਕ ਜਿਹੜੀਆਂ ਅੰਦੋਲਨ ਨੇ, ਲਹਿਰਾਂ ਨੇ, ਉਹ ਇੱਕ ਕਿਸੇ ਵੱਡੇ ਕੌਮੀ ਪੱਧਰ ਦੇ ਨਵੇਂ ਮੋਰਚੇ ਦੇ ਵਿੱਚ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਤੇ ਅਹਿੰਸਾ
ਦੇ ਸੂਤਰ ਨੂੰ ਅੱਗੇ ਲੈ ਕੇ ਤੁਰਨ ਦੇ ਵੱਲ ਜਾ ਰਹੀ ਹੈ। ਸੋ ਗਿਆਨੀ ਹੀਰਾ ਸਿੰਘ ਦਰਦ ਇਸ ਪ੍ਰਕਿਰਿਆ ਨੂੰ ਸਾਡੇ ਸਾਹਮਣੇ ਰੱਖ ਰਹੇ ਨੇ। ਇਹੋ ਹੀ ਵੇਲਾ ਹੈ ਤੇ ਇਸੇ ਪ੍ਰਸੰਗ ਦੇ ਵਿੱਚ ਚੇਤੇ ਆਉਂਦਾ ਹੈ ਕਿ ਹੀਰ ਵਾਰਿਸ ਸ਼ਾਹ ਦੇ ਵਿੱਚ ਜਦੋਂ ਹੀਰ ਦੇ ਮਾਪੇ ਰਾਂਝੇ ਦੇ ਨਾਲ ਨਿਕਾਹ ਕਰ ਦੇਣ ਦੀਆਂ ਆਪਣੀਆਂ ਜਿਹੜੀਆਂ ਉਹਨਾਂ ਨੇ ਵਾਅਦੇ ਕੀਤੇ ਸਨ, ਰਾਂਝੇ ਤੇ ਹੀਰ ਦੇ ਨਾਲ ਉਹਨਾਂ ਤੋਂ ਮੁੱਕਰ ਕੇ ਸਗੋਂ ਹੀਰ ਤੇ ਰਾਂਝੇ ਦੇ ਵਿੱਚ ਵਿਜੋਗ ਪਾ ਕੇ ਉਹਨੂੰ ਖੇੜਿਆਂ ਦੇ ਨਾਲ ਤੋਰ ਦਿੰਦੇ ਹੈ। ਤੇ ਰਾਂਝਾ ਤੇ ਹੀਰ ਜਿਹੜੇ ਉਹਨਾਂ ਦੇ ਇਸ ਵਾਅਦਿਆਂ ਦੇ ਉੱਪਰ ਯਕੀਨ ਕਰਕੇ ਬੈਠੇ ਸੀ, ਬੜੇ ਦੋਵੇਂ ਆਪੋ ਆਪਣੀਆਂ ਥਾਵਾਂ ਤੇ ਉਦਾਸ ਨੇ। ਤੇ ਹੀਰ ਉਸ ਸਮੇਂ ਇੱਕ ਚਿੱਠੀ ਭੇਜਦੀ ਹੈ ਰਾਂਝੇ ਨੂੰ, ਜੋ ਕਿ ਬੇਹੱਦ ਨਿਰਾਸ਼ਾ ਦੇ ਵਿੱਚ ਜਾ ਚੁੱਕਿਆ ਹੈ, ਔਰ ਉਹਨੂੰ ਉਹ ਕਹਿੰਦੀ ਹੈ ਤੇ ਵਾਰਿਸ ਸ਼ਾਹ ਲਿਖਦੇ ਨੇ ਕਿ ਚੁਸਤੀ ਆਪਣੀ ਪਕੜ ਨਾ ਹਾਰ ਹਿੰਮਤ, ਹੀਰ ਨਾਹੀਓ ਇਸ਼ਕ ਦੇ ਵਿੱਚ ਢਿੱਲੀ। ਇਸ ਨੂੰ ਜੇ ਆਪਾਂ 1920 ਦੇ ਸੰਦਰਭ 'ਚ ਦੇਖੀਏ ਤਾਂ ਉਹ ਇਹੀ ਕਹਿ ਰਹੀ ਹੈ ਕਿ ਹੁਣ ਪਹਿਲਾਂ ਵਾਂਗੂ ਇਹਨਾਂ ਦੀਆਂ ਗੱਲਾਂ ਦੇ ਉੱਪਰ ਯਕੀਨ ਨਹੀਂ ਕਰਨਾ, ਆਪਾਂ ਨੂੰ ਬੜੀ ਰਣਨੀਤੀ ਦੇ ਨਾਲ, ਬੜੀ ਸਿਆਣਪ ਦੇ ਨਾਲ ਆਪਣੇ ਇਸ ਇਸ਼ਕ ਦੇ ਵਿੱਚ ਸਾਦਕ ਤੇ ਅਡੋਲ ਰਹਿਣ ਨੂੰ ਨਿਭਾਉਣਾ ਹੋਏਗਾ। ਹਿੰਮਤ ਨਹੀਂ ਹਾਰਨੀ, ਪਰ ਹੁਣ ਪਹਿਲਾਂ ਵਾਂਗੂ ਇੱਕ ਸਿੱਧ ਪੱਧਰੀ ਜੀ ਵੀ ਗੱਲ ਦੇ ਉੱਪਰ ਯਕੀਨ ਨਹੀਂ ਕਰਨਾ, ਆਪਣੀ ਤਾਕਤ ਖੜੀ ਕਰਨੀ ਹੈ, ਰਣਨੀਤੀ ਦੇ ਨਾਲ ਚੱਲਣਾ ਹੈ। ਤੇ ਜੇ ਆਪਾਂ ਇਉਂ ਚੱਲਾਂਗੇ ਤਾਂ ਹੀਰ ਜੋ ਕਿ ਇੱਥੇ ਹਿੰਦੁਸਤਾਨ ਦੇ ਲੋਕ ਨੇ, ਰਾਂਝਾ ਜਿਹੜੇ ਉਹਦੇ ਲਈ ਸਿਆਸੀ ਸਰਗਰਮੀ ਕਰਨ ਵਾਲੇ ਕਾਰਕੁਨ ਨੇ, ਐਕਟਿਵਿਸਟ ਨੇ, ਜੇ ਇਹ ਹਿੰਮਤ ਰੱਖਣਗੇ ਤਾਂ ਇਹ ਸੰਜੋਗ ਦੁਬਾਰਾ ਤੋਂ ਹੋਏਗਾ। ਇਸ ਗੱਲ ਦੇ ਲਈ ਵਾਰਿਸ ਸ਼ਾਹ ਵੀ ਦੱਸ ਰਹੇ ਨੇ ਤੇ ਸਨ 1920 ਦੇ ਬਾਬਤ ਗਿਆਨੀ ਹੀਰਾ ਸਿੰਘ ਦਰਦ ਵੀ ਸਾਨੂੰ ਇਹ ਜਾਣਕਾਰੀ ਦੇ ਰਹੇ ਨੇ। ਬਹੁਤ ਬਹੁਤ ਸ਼ੁਕਰੀਆ।